ਖੁਦਾਵੰਦ ਯਿਸੂ ਮਸੀਹ ਦੇ ਬਰਕਤ ਤੇ ਜਲਾਲੀ ਨਾਂ ਦੇ ਵਿੱਚ ਅਸੀਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਦ ਮਸੀਹ ਆਖਦੇ ਹਾਂ, ਸਲਾਮ ਪੇਸ਼ ਕਰਦੇ ਹਾਂ ਔਰ ਦੁਆ ਕਰਦੇ ਹਾਂ ਕਿ ਖੁਦਾਵੰਦ ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਬਖਸ਼ੇ ਔਰ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਏ। ਇੱਕ ਸੁਸਤੋ ਤੇ ਅਸੀਂ ਕਾਸ਼ਿਸ਼ ਪਾਕਿਸਤਾਨ ਦੀ ਤਰਫੋਂ ਪੇਸ਼ ਕਰਦੇ हैं। मेरा नाम पास तारिक है और मैं काशिश पाकिस्तान ਦਾ ਖਾਦਮ ਹਾਂ। ਅਸੀਂ ਤੁਹਾਡੀ ਵਾਸਤੇ ਇਸ ਵਾਸਤੇ ਪੇਸ਼ ਕਰਦੇ ਹਾਂ ਤਾਂ ਕਿ ਤੁਹਾਡੀ ਰੂਹਾਨੀ ਜ਼ਿੰਦਗੀ ਜਿਹੜੀ ਹੈ ਉਹ ਬਿਹਤਰ ਹੋਵੇ, ਤੁਸੀਂ ਖੁਦਾ ਦੇ ਨਾਲ ਜੁੜੇ ਰਹੋ ਤੇ ਈਮਾਨ ਦੇ ਇਸ ਸਫ਼ਰ ਦੇ ਵਿੱਚ ਈਮਾਨ ਦੇ ਬਾਨੀ ਤੇ ਕਾਮਲ ਕਰਨ ਵਾਲੇ ਯਿਸੂ ਨੂੰ ਤੱਕਦੇ ਰਹੋ। ਅੱਜ ਦਾ ਹਵਾਲਾ ਅਸੀਂ ਯੂਹੰਨਾ ਦੀ ਇੰਜੀਲ ਉਹਦਾ 11ਵਾਂ ਬਾਬ ਉਹਦੀ 25 ਆਇਤ ਤੋਂ ਲੈ ਕੇ 27 ਆਇਤ ਤੱਕ ਲਿਆਏ। ਸਾਡੇ ਵਾਸਤੇ ਕਾਸ਼ਿਸ਼ ਪਾਕਿਸਤਾਨ ਦੇ ਯੂਥ ਪਾਸਟਰ ਜਨਾਬ ਨਕੀਬ ਸ਼ਰਾਜ਼ ਤਾਰਿਕ ਸਾਹਿਬ ਜਿਹੜੇ ਨੇ ਇਸ ਹਵਾਲੇ ਨੂੰ ਪੜ੍ਹਨਗੇ ਤੇ ਫਿਰ ਉਹਦੀ ਮੈਂ ਤੁਹਾਨੂੰ ਥੋੜ੍ਹੀ ਵਜ਼ਾਹਤ ਕਰਕੇ ਜਾਂ ਉੱਤੇ ਰੋਸ਼ਨੀ ਪਾ ਕੇ ਦੱਸਾਂਗਾ। ਔਰ ਇਸ ਵੀਡੀਓ ਨੂੰ ਅਸੀਂ ਬੜੇ ਅੱਛੇ ਤਰੀਕੇ ਨਾਲ ਵੇਖ ਵੀ ਸਕਦੇ ਹਾਂ ਔਰ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਜਿਹੜੀ ਹੈ ਕਿ ਇਹਨੂੰ ਜ਼ਿਆਦਾ ਖੂਬਸੂਰਤ, ਜ਼ਿਆਦਾ ਮਜ਼ੇਦਾਰ ਔਰ ਜ਼ਿਆਦਾ ਇਹਨੂੰ ਜਿਹੜਾ ਹੈ ਮੁਅੱਸਰ ਬਣਾਉਣ ਲਈ ਅਸੀਂ ਮਤਲਬ ਹੋਰ ਚੀਜ਼ਾਂ ਵੀ ਵਿੱਚ ऐड कीतियाँ ने। तो आओ असी खुदावंद के कलाम की तलावत सुनिए। कलाम मुक़द्दस में से हम पढ़ेंगे यूहन्ना उसका 11वां बाब उसकी 25 आयत से लेकर 27 आयत तक। यीशु ने उससे कहा, क़यामत और ज़िंदगी तो मैं हूँ, जो मुझ पर ईमान लाता है गो वो मर जाए तो भी ज़िंदा रहेगा, और जो कोई ज़िंदा है और मुझ पर ईमान लाता है वो अब तक कभी ना मरेगा। क्या तू इस पर ईमान रखती है? उसने उससे कहा, हाँ ए खुदावंद, मैं ईमान ला चुकी हूँ कि खुदा का बेटा मसीह जो दुनिया में आने वाला था तू ही है। आमीन। पाक कलाम दा पढ़िया ते सुना जाना साढ़े सारे दे वास्ते बरकत दा बाइस होवे। आमीन। मैं सी खुदावंद मेरे भैन ते भराओ, ਅੱਜ ਦੇ ਕਲਾਮ ਨੂੰ ਜੇ ਤੁਸੀਂ ਵੇਖਦੇ ਹਾਂ ਤੇ ਇਹਦਾ ਸਭ ਤੋਂ ਵੱਡਾ ਅਨੁਮਾਨ ਆ ਕਿ ਕਿਆਮਤ ਤੇ ਜ਼ਿੰਦਗੀ। ਸਭ ਤੋਂ ਪਹਿਲਾਂ ਅਸੀਂ ਵੇਖਣੀ ਆ ਕਿ ਕਿਆਮਤ ਦਾ ਮਤਲਬ ਕੀ ਆ। ਕਿਆਮਤ ਦਾ ਮਤਲਬ ਆ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਣਾ ਤੇ ਜ਼ਿੰਦਗੀ ਦਾ ਤੁਸੀਂ ਸਾਰੇ ਮਤਲਬ ਜਾਣਦੇ ਜੇ ਕਿ ਜ਼ਿੰਦਗੀ ਦਾ ਮਤਲਬ ਆ ਕਿ ਜ਼ਿੰਦਾ ਦੇ ਜ਼ਮੀਨ ਦੇ ਉੱਤੇ ਜੀਂਦੇ ਰਹਿਣਾ। ਹੁਣ ਅਸੀਂ ਜ਼ਰਾ ਇਸ ਹਵਾਲੇ 'ਤੇ ਗੌਰ ਕਰਦੇ ਹਾਂ ਕਿ ਇਹ ਹਵਾਲਾ ਯਿਸੂ ਮਸੀਹ ਨੇ ਬਿਆਨ ਕੀਤਾ ਹੈ। ਯਿਸੂ ਮਸੀਹ ਨੇ ਇਹ ਗੱਲਾਂ ਕਹੀਆਂ ਨੇ ਔਰ ਇਹ ਕਦੋਂ ਗੱਲਾਂ ਕਹੀਆਂ ਨੇ ਤੇ ਇਹਦਾ ਕੀ ਪਸ ਮੰਜ਼ਰ ਸੀ। ਅਗਰ ਅਸੀਂ ਯੂਹੰਨਾ ਦੀ ਇੰਜੀਲ ਉਹਦੇ 11ਵੇਂ ਬਾਬ ਦਾ ਮਤਾਲਿਆ ਕਰੀਏ ਜਾਂ ਉਹਨੂੰ ਪੜ੍ਹੀਏ ਤਾਂ ਉਹ ਤੋਂ ਪਤਾ ਲੱਗਦਾ ਵਾ ਭਈ ਯਿਸੂ ਮਸੀਹ ਆਪਣੀ ਖਿਦਮਤ ਦੇ ਵਿੱਚ ਸਿਲਸਿਲੇ ਦੇ ਵਿੱਚ ਮਸਰੂਫ ਨੇ। ਉਹ ਤਰ੍ਹਾਂ ਤਰ੍ਹਾਂ 'ਤੇ ਜਗ੍ਹਾ ਜਗ੍ਹਾ 'ਤੇ ਜਾ ਕੇ ਖੁਦਾਵੰਦ ਦਾ ਕਲਾਮ ਪੇਸ਼ ਕਰਦੇ ਨੇ, ਲੋਕਾਂ ਨੂੰ ਨਜਾਤ ਦੀ ਰਾਹ ਦੱਸਦੇ ਨੇ, ਲੋਕਾਂ ਨੂੰ ਗੁਨਾਹ ਤੋਂ ਤੋਬਾ ਕਰਕੇ ਤੇ ਆਪਣੀ ਤਰਫ ਆਉਣ ਦੀ ਦਾਵਤ ਦਿੰਦੇ ਨੇ, ਲੋਕਾਂ ਨੂੰ ਆਪਣੇ ਚੱਲਣ ਦੇ ਆਪਣੇ ਪਿੱਛੇ ਚੱਲਣ ਦੀ ਜਿਹੜੇ ਹਦਾਇਤ ਕਰਦੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਜ਼ਾਦ ਹੁੰਦੇ ਨੇ, ਬਦਰੂਆਂ ਤੋਂ ਆਜ਼ਾਦ ਹੁੰਦੇ ਨੇ, ਅੰਨੇ ਵੇਖਦੇ ਨੇ, ਜਿਹੜੇ ਲੰਗੜੇ ਚੱਲਦੇ ਨੇ, ਜਿਹੜੇ ਲੂਲੇ ਲੰਗੜੇ ਚੱਲਦੇ ਨੇ ਔਰ ਹੱਤਾ ਕਿ ਅਸੀਂ ਵੇਖਦੇ ਹਾਂ ਕਿ ਮੁਰਦੇ ਵੀ ਜ਼ਿੰਦਾ ਹੁੰਦੇ ਨੇ। ਔਰ ਅੱਜ ਦੇ ਅਗਰ ਪਾਕ ਕਲਾਮ ਦੇ ਵਿੱਚ ਵੇਖੀਏ ਤਾਂ ਯਿਸੂ ਮਸੀਹ ਆਪਣੀ ਖਿਦਮਤ ਦੇ ਵਿੱਚ ਮਸਰੂਫ ਆ ਤੇ ਉਹਦਾ ਇੱਕ ਦੋਸਤ ਜਿਹਦਾ ਨਾਮ ਲਾਜ਼ਰ ਆ ਉਹ ਉਹਦੇ ਘਰ ਦੇ ਵਿੱਚ ਜੋ ਜਾਂਦਾ ਹੈ ਤੇ ਉਹਦੀਆਂ ਭੈਣਾਂ ਵੀ ਉਹ ਵੀ ਖੁਦਾ ਦੇ ਕਲਾਮ ਨੂੰ ਸੁਣਦੇ ਨੇ ਤੇ ਉਹ ਬੜੇ ਖਿਦਮਤ ਦੇ ਵਿੱਚ ਅੱਗੇ ਅੱਗੇ ਪੇਸ਼ ਨੇ ਉਹਦੇ ਨਾਲ ਤੇ ਉਹ ਕਹਿੰਦਾ ਕਿ ਬਿਮਾਰ ਪੈ ਜਾਂਦਾ ਤੇ ਇੰਨਾ ਬਿਮਾਰ ਪੈ ਜਾਂਦਾ ਹੈ ਕਿ ਉਹ ਜਿਸਮਾਨੀ ਤੌਰ ਤੇ ਮਰ ਜਾਂਦਾ ਹੈ। ਹੁਣ ਵੇਖਦੇ ਤੁਸੀਂ ਵੇਖ ਸਕਦੇ ਜੇ, ਅੰਦਾਜ਼ਾ ਲਾ ਸਕਦੇ ਜੇ ਕਿ ਜਿਨ੍ਹਾਂ ਭੈਣਾਂ ਦਾ ਇੱਕੋ ਹੀ ਭਰਾ ਹੋਵੇ, ਦੋ ਭੈਣਾਂ ਨੇ ਮਰੀਮ ਤੇ ਮਾਰਥਾ, ਉਹਦਾ ਇੱਕ ਭਰਾ ਹੈ ਲਾਜ਼ਰ ਔਰ ਲਾਜ਼ਰ ਜਿਹੜਾ ਹੈ ਉਹ ਮਰ ਜਾਂਦਾ ਹੈ। ਮਰਨ ਤੋਂ ਪਹਿਲੇ ਉਹਦੀਆਂ ਭੈਣਾਂ ਤੇ ਉਹਦੇ ਸ਼ਾਗਿਰਦਾਂ ਨੂੰ ਜਾ ਕੇ ਇਹ ਪੈਗਾਮ ਮਿਲਦਾ ਹੈ ਉਹਦੀਆਂ ਭੈਣਾਂ ਦੇ ਜ਼ਰੀਏ ਜਾਂ ਲੋਕਾਂ ਦੇ ਜ਼ਰੀਏ ਭਈ ਉਹ ਬੰਦਾ ਜਿਹਨੂੰ ਤੋਂ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਉਹ ਬਿਮਾਰ ਆ ਤੇ ਯਿਸੂ ਮਸੀਹ ਥੋੜ੍ਹੀ ਦੇਰ ਲਈ ਉੱਥੇ ਹੋਰ ਜ਼ਿਆਦਾ ਰਹਿੰਦੇ ਜੇ। ਤੁਹਾਡੇ ਜ਼ਿਹਨ 'ਚ ਕਈ ਸਵਾਲ ਆਉਂਦੇ ਹੋਣਗੇ ਕਿ ਜੇ ਅਗਰ ਉਹਨੂੰ ਪਿਆਰ ਕਰਦਾ ਹੋਵੇ ਤੇ ਫਿਰ ਛੇਤੀ ਉਹਨਾਂ ਕੋਲ ਜਾਂਦਾ, ਫਿਰ ਉਹਨੂੰ ਜਾ ਕੇ ਤੇ ਜਿਹੜਾ ਉਹ ਠੀਕ ਕਰਦਾ ਕਿਉਂਕਿ ਉਹ ਅੰਨਿਆਂ ਨੂੰ ਅੱਖਾਂ ਦਿੰਦਾ ਵਾ, ਲੰਗੜਿਆਂ ਨੂੰ ਚਲਾਉਂਦਾ ਹੈ, ਮੁਰਦਿਆਂ ਨੂੰ ਜਿਹੜਾ ਜ਼ਿੰਦਾ ਕਰਦਾ ਵਾ, ਬਿਮਾਰਾਂ ਨੂੰ ਚੰਗਾ ਕਰਦਾ ਵਾ ਤੇ ਉਹ ਜਾ ਕੇ ਤੈਨੂੰ ਠੀਕ ਕਰ ਸਕਦਾ ਸੀ। ਪਰ ਤੁਹਾਨੂੰ ਯਿਸੂ ਮਸੀਹ ਨੇ ਕਿਹਾ ਭਈ ਥੋੜ੍ਹੀ ਦੇਰ ਤੱਕ ਇੱਥੇ ਰੁਕੋ ਤੇ ਜਦੋਂ ਉਸ ਪਿੰਡ ਦੇ ਵਿੱਚ ਰੁਕਦੇ ਨੇ ਤੇ ਖਬਰ ਆਉਂਦੀ ਆ ਭਈ
ਲਾਜ਼ਰ ਜਿਹੜਾ ਹੈ ਉਹ ਮਰ ਗਿਆ। ਦੋ ਤਿੰਨ ਚੀਜ਼ਾਂ ਬੜੀਆਂ ਗੌਰ ਦੇ ਨਾਲ ਇੱਥੇ ਵੇਖਣ ਵਾਲੀਆਂ ਨੇ। ਪਹਿਲੀ ਗੱਲ ਇਹ ਕਿ ਜਦੋਂ ਯਿਸੂ ਮਸੀਹ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਨੇ ਤੇ ਲਾਜ਼ਰ ਨੂੰ ਮਰਿਆਂ 3 ਦਿਨ ਹੋ ਜਾਂਦੇ ਨੇ। ਸਾਇੰਸ ਦੇ ਫਾਰਮੂਲੇ ਦੇ ਮੁਤਾਬਕ ਅਗਰ ਇਨਸਾਨ ਅੱਜ ਮਰਦਾ ਹੈ ਤੇ 3 ਦਿਨ ਤੋਂ ਬਾਅਦ ਜਿਹੜਾ ਹੈ ਉਹਦਾ ਬਦਨ ਜਿਹੜਾ ਹੈ ਉਹ ਜਿਹੜਾ ਖੂਨ ਆ ਉਹ ਇੰਨਾ ਬਦਬੂ ਮਾਰਦਾ ਹੈ ਕਿ ਉਹ ਪਾਣੀ ਬਣ ਜਾਂਦਾ ਹੈ ਔਰ ਉਹਦੀ ਬਦਬੂ ਇੰਨੀ ਹੁੰਦੀ ਹੈ ਕਿ ਉਹ ਤੋਂ ਵਬਾ ਫੈਲ ਸਕਦੇ ਆ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਜਦੋਂ ਵਬਾ ਫੈਲਦੀ ਆ ਤੇ ਫਿਰ ਲੱਖਾਂ ਦੇ ਹਿਸਾਬ ਨਾਲ ਲੋਕ ਜਿਹੜੇ ਨੇ ਉਹ ਮਰ ਸਕਦੇ ਨੇ। ਇਸੇ ਵਾਸਤੇ ਮੁਰਦੇ ਨੂੰ ਜਿਹੜਾ ਸੀ ਉਹ ਦੱਬਿਆ ਜਾਂਦਾ ਹੈ ਜਾਂ ਕਿਸੇ ਇਸ ਜਗ੍ਹਾ ਤੇ ਰੱਖਿਆ ਜਾਂਦਾ ਹੈ ਜਿੱਥੇ ਕਿ ਉਹਦੀ ਹਵਾ ਜਿਹੜੀ ਉਹ ਲੋਕਾਂ ਦੇ ਜ਼ਿੰਦੇ ਇਨਸਾਨਾਂ ਦੇ ਲਾਗੇ ਲਾਗੇ ਤੱਕ ਨਾ ਆਵੇ। ਆਮ ਤੌਰ ਤੇ ਅਸੀਂ ਵੇਖਦੇ ਹਾਂ ਪਿੰਡਾਂ ਥਾਵਾਂ ਦੇ ਵਿੱਚ ਵੀ ਕਿ ਕਬਰਸਤਾਨ ਜਿਹੜਾ ਵਾ ਉਹ ਪਿੰਡ ਤੋਂ ਬਿਲਕੁਲ ਹੀ ਬਾਹਰ ਬਣਾਇਆ ਜਾਂਦਾ ਵਾ ਔਰ ਇਸੇ ਤਰ੍ਹਾਂ ਇਹ ਵੀ ਇਹਨਾਂ ਨੇ ਕੀਤਾ। ਉਸ ਦੌਰ ਦੇ ਵਿੱਚ ਕਬਰਾਂ ਤਾਂ ਨਹੀਂ ਸੀ ਖੋਦੀਆਂ ਜਾਂਦੀਆਂ ਕਿਉਂਕਿ ਪਥਰੇਲਾ ਇਲਾਕਾ ਸੀ ਤੇ ਇਸ ਵਾਸਤੇ ਜਿਹੜਾ ਸੀ ਉਹਨਾਂ ਨੂੰ ਗਾਰ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਅੱਗੇ ਉਹਦੇ ਬੜਾ ਵੱਡਾ ਪੱਥਰ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਕਿਸੇ ਕਿਸਮ ਦਾ ਕੋਈ ਇਨਸਾਨ ਨਾ ਇਹਦੇ ਅੰਦਰ ਦਾਖਲ ਹੋ ਸਕੇ ਤੇ ਨਾ ਹੀ ਇਹ ਬੰਦਾ ਜਿਹੜਾ ਅੰਦਰੋਂ ਕਦੇ ਜ਼ਿੰਦਗੀ ਦੇ ਉਹ ਤੇ ਮਰ ਗਿਆ ਤੇ ਉਹ ਨਿਕਲ ਨਾ ਸਕੇ। ਔਰ ਇਹੋ ਹੀ ਕੁਝ ਕੀਤਾ ਹੈ ਕਿ ਜਦੋਂ ਯਿਸੂ ਮਸੀਹ ਉੱਤੇ ਚੱਲ ਕੇ ਆਉਂਦੇ ਨੇ ਵੇਂਦੇ ਨੇ ਤੇ ਉਹਦੀ ਭੈਣ ਮਿਲਦੀ ਆ ਉਹਨੂੰ ਤੇ ਉਹ ਕਹਿੰਦੀ ਕਿ ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਸ਼ਾਗਿਰਦਾਂ ਨੇ ਵੀ ਦੱਸਿਆ ਕਿ ਉਹ ਤੇ ਮਰ ਗਿਆ ਤੇ ਯਿਸੂ ਮਸੀਹ ਨੇ ਕਿਹਾ ਕਿ ਇਹ ਸਭ ਕੁਝ ਜਿਹੜਾ ਖੁਦਾ ਦੇ ਜਲਾਲ ਲਈ ਹੋਇਆ ਹੈ। ਹੁਣ ਉਹ ਤੁਰੇ ਜਾਂਦੇ ਨੇ ਤੇ ਜਦੋਂ ਉਹਦੀ ਭੈਣ ਜਿਹੜੀ ਹੈ ਉਹ ਈਮਾਨ ਰੱਖਦੀ ਆ ਕਹਿੰਦੇ ਉਹ ਯਿਸੂ ਮਸੀਹ ਨੂੰ ਪੁੱਛਦਾ ਵੀ ਕੀ ਤੂੰ ਈਮਾਨ ਰੱਖਦੀ ਹੈ ਭਈ ਹੁਣ ਵੀ ਮਤਲਬ ਜਿਹੜਾ ਵਾ ਉਹ ਜ਼ਿੰਦਾ ਹੋ ਸਕਦਾ ਹੈ, ਹੁਣ ਵੀ ਉਹ ਠੀਕ ਹੋ ਸਕਦਾ ਵਾ। ਤੇ ਉਹ ਕਹਿੰਦੇ ਕਿ ਖੁਦਾਵੰਦ ਤੇਰੇ ਨਜ਼ਦੀਕ ਕੋਈ ਚੀਜ਼ ਮੁਮਕਿਨ ਨਹੀਂ, ਸਭ ਕੁਝ ਜੋ ਕੁਝ ਤੂੰ ਚਾਹਨਾ ਹੈ ਉਹ ਹੋ ਸਕਦਾ ਵਾ। ਤੇ ਯਿਸੂ ਮਸੀਹ ਕਹਿੰਦਾ ਜਾ ਆਪਣੀ ਭੈਣ ਨੂੰ ਬੁਲਾ। ਉਹਦੀ ਭੈਣ ਵੀ ਆਉਂਦੀ ਆ ਔਰ ਉਹ ਸਾਰੇ ਮਿਲ ਕੇ ਜਿਹੜੇ ਨੇ ਉਹ ਲਾਜ਼ਰ ਦੀ ਕਬਰ ਤੇ ਜਾਂਦੇ ਨੇ। ਹੁਣ ਤੁਸੀਂ ਵੇਖੋ ਇੱਥੇ ਵੇਖੋ ਬੜੀ ਅਜੀਬੋ ਗਰੀਬ ਚੀਜ਼ ਆ ਕਿ ਤੁਸੀਂ ਚਾਹੁੰਦੇ ਕਿ ਤੁਸੀਂ ਖੁਦਾ ਦੇ ਉੱਤੇ ਈਮਾਨ ਰੱਖਦੇ ਜੀ। ਜਿਹੜੇ ਬਹੁਤ ਸਾਰੇ ਐਸੇ ਲੋਕ ਨੇ ਚਾਰ ਚਫੇਰੇ ਜਿਹੜੇ ਕਿ ਉਂਗਲਾਂ ਕਰਨ ਵਾਲੇ ਨੇ ਔਰ ਕਹਿੰਦੇ ਨੇ ਕਿ ਵੇਖਦੇ ਆ ਕਿ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਔਰ ਇਹ ਹੁਣ ਤਾਂ ਇਹਨਾਂ ਦਾ ਖੁਦਾ ਜ਼ਿੰਦਾ ਵੀ ਹੈ ਕਿ ਨਹੀਂ ਹੈ। ਇਹ ਬੜੀ ਅਜ਼ਮਾਇਸ਼ ਦੀ ਘੜੀ ਸੀ। ਕੁਝ ਲੋਕ ਕਹਿੰਦੇ ਜਿਹਨੇ ਅੰਨ੍ਹਿਆਂ ਨੂੰ ਅੱਖਾਂ ਦਿੱਤੀਆਂ ਨੇ, ਲੰਗੜਿਆਂ ਨੂੰ ਚਲਾਇਆ ਹੈ, ਜਿਹਨਾਂ ਨੇ ਬਦਰੂਆਂ ਕੱਢੀਆਂ ਨੇ, ਉਹ ਇਹਨੂੰ ਜ਼ਿੰਦਾ ਨਾ ਕਰ ਸਕਿਆ, ਇਹਨੂੰ ਨਾ ਬਚਾ ਸਕਿਆ। ਇਸ ਸੂਰਤ-ਹਾਲ ਦੇ ਵਿੱਚ ਬੜੀ ਅਜ਼ਮਾਇਸ਼ ਦੀ ਘੜੀ ਆ। ਤੇ ਕੀ ਹੁੰਦਾ ਹੈ ਭਈ ਯਿਸੂ ਮਸੀਹ ਉੱਥੇ ਆਉਂਦੇ ਨੇ ਕਹਿੰਦੇ ਨੇ ਪੱਥਰ ਨੂੰ ਅੱਗੋਂ ਹਟਾ ਦੇਵੋ। ਪੱਥਰ ਨੂੰ ਹਟਾ ਦਿੱਤਾ ਜਾਂਦਾ ਹੈ ਔਰ ਲਾਜ਼ਰ ਜਿਹੜਾ ਹੈ ਉਹ ਕਫਨ ਦੇ ਵਿੱਚ ਪਿਆ ਹੁੰਦਾ ਹੈ, ਜਿਹੜੇ ਕੱਪੜੇ 'ਚ ਲਪੇਟਿਆ ਤੇ ਉਹਨੂੰ ਅੰਦਰ ਰੱਖਿਆ ਉਹ ਬਿਲਕੁਲ ਮੁਰਦਾ ਹੈ। ਉਹਦਾ ਖੂਨ ਤੇ ਪਸੀਨਾ ਇੱਕ ਹੋ ਗਿਆ ਹੈ। ਸਾਇੰਸ ਦੇ ਲਿਹਾਜ਼ ਨਾਲ ਉਹ ਬਿਲਕੁਲ ਜ਼ਿੰਦਾ ਨਹੀਂ ਹੋ ਸਕਦਾ ਔਰ ਜਿਹੜੀ ਚੀਜ਼ ਸਾਇੰਸ ਦੇ ਲਿਹਾਜ਼ ਦੇ ਨਾਲ, ਜਿਹੜੀ ਚੀਜ਼ ਸ਼ਰੀਅਤ ਦੇ ਲਿਹਾਜ਼ ਦੇ ਨਾਲ ਨਾਮੁਮਕਿਨ ਆ, ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਮੁਮਕਿਨ ਕਰਕੇ ਵਿਖਾ ਦਿੱਤਾ ਹੈ। ਕਿਉਂਕਿ ਖੁਦਾਵੰਦ ਦੇ ਕਲਾਮ ਨੂੰ ਅਗਰ ਪੜ੍ਹੀਏ ਤਾਂ ਉਹ ਪਤਾ ਲੱਗਦਾ ਹੈ ਕਿ ਖੁਦਾ ਦੇ ਨਜ਼ਦੀਕ ਹਰ ਚੀਜ਼ ਹੀ ਮੁਮਕਿਨ ਹੈ। ਹਰ ਚੀਜ਼ ਉਹ ਕਰ ਸਕਦਾ। ਕੋਈ ਐਸਾ ਮਸਲਾ ਨਹੀਂ ਜਿਹਨੂੰ ਹੱਲ ਨਹੀਂ ਕਰ ਸਕਦਾ, ਕੋਈ ਐਸੀ ਬਿਮਾਰੀ ਨਹੀਂ ਜਿਹਨੂੰ ਉਹ ਠੀਕ ਨਹੀਂ ਕਰ ਸਕਦਾ। ਤੇ ਯਿਸੂ ਮਸੀਹ ਨੇ ਦੁਆ ਕੀਤੀ ਹੈ ਤੇ ਕਿਆ ਹੈ ਕਿ ਬਾਪ ਮੈਂ ਦੁਆ ਕਰਦਾ ਹਾਂ ਕਿ ਤੂੰ ਲਾਜ਼ਰ ਨੂੰ ਜ਼ਿੰਦਾ ਕਰ ਦੇ। ਮੈਂ ਇਸ ਵਾਸਤੇ ਕਹਿਣ ਡਿਆ ਵਾਂ ਤਾਂ ਕਿ ਇਹਨਾਂ ਲੋਕਾਂ ਦਾ ਈਮਾਨ ਮਜ਼ਬੂਤ ਹੋਵੇ। ਮੈਨੂੰ ਪਤਾ ਤੂੰ ਮੇਰੀ ਹਰ ਵਕਤ ਗੱਲ ਸੁਣਦਾ ਹੈ ਪਰ ਮੈਂ ਤੈਨੂੰ ਕਹਿਣਾ ਹੈ ਕਿ ਤੂੰ ਇਸ ਬੰਦੇ ਨੂੰ ਜ਼ਿੰਦਾ ਕਰ ਦੇ। ਜਦੋਂ ਉਹਨੇ ਲਾਜ਼ਰ ਨੂੰ ਆਵਾਜ਼ ਦਿੱਤੀ ਆ ਤੇ ਲਾਜ਼ਰ ਜਿਹੜਾ ਹੈ ਉਹ ਕਬਰ ਚੋਂ ਨਿਕਲ ਆਇਆ। ਔਰ ਅੱਜ ਦੇ ਹਵਾਲੇ 'ਚ ਇਸ ਗੌਰ ਕਰੀਏ ਤਾਂ ਲਿਖਿਆ ਹੈ ਕਿ ਜਿਹੜਾ ਕੋਈ ਯਿਸੂ ਮਸੀਹ ਤੇ ਈਮਾਨ ਰੱਖਦਾ ਹੈ ਉਹ ਕਦੀ ਨਹੀਂ ਮਰੇਗਾ ਔਰ ਜੇ ਅਗਰ ਉਹ ਮਰ ਵੀ ਜਾਵੇ ਤੇ ਤਾਂ ਵੀ ਜ਼ਿੰਦਾ ਰਹੇਗਾ। ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਵੀ ਜਿਹੜਾ ਬੰਦਾ ਮਰ ਗਿਆ ਉਹ ਤਾਂ ਮਰ ਗਿਆ ਤੇ ਜਿਹੜਾ ਜੀਂਦਾ ਹੈ ਉਹ ਜੀਂਦਾ ਹੈ। ਹੁਣ ਜਿਹੜਾ ਮਰ ਗਿਆ ਹੈ ਉਹ ਕਿਤਨਾ ਜ਼ਿੰਦਾ ਰਹਿ ਸਕਦਾ ਹੈ? ਦੇਖੋ ਜਿਸ ਤਰ੍ਹਾਂ ਸਾਡੀਆਂ ਪੈਦਾਇਸ਼ਾਂ ਦੋ ਤਰ੍ਹਾਂ ਦੀਆਂ ਨੇ, ਇੱਕ ਵਾਰ ਅਸੀਂ ਮਾਂ ਪਿਓ ਤੋਂ ਪੈਦਾ ਹੁੰਦੇ ਹਾਂ ਤੇ ਇੱਕ ਵਾਰ ਰੂਹਾਨੀ ਤੌਰ ਤੇ ਅਸੀਂ ਖੁਦਾ ਤੋਂ ਪੈਦਾ ਹੁੰਦੇ ਹਾਂ। ਇਸ ਤਰ੍ਹਾਂ ਮੌਤਾਂ ਦੋ ਨੇ। ਇੱਕ ਵਾਰੀ ਜਿਸਮਾਨੀ ਤੌਰ ਤੇ ਅਸੀਂ ਪੈਦਾ ਹੋ ਕੇ ਅਸੀਂ ਮਰਦੇ ਹਾਂ, ਜਦੋਂ ਮਰਦੇ ਹਾਂ ਤਾਂ ਜਿਸਮਾਨੀ ਤੌਰ ਤੇ ਅਸੀਂ ਮਰ ਜਾਂਦੇ ਹਾਂ। ਤੇ ਇੱਕ ਰੂਹਾਨੀ ਮੌਤ ਆ ਜਿਹੜੀ ਕਿ ਦੂਸਰੀ ਮੌਤ ਆ ਔਰ ਉਹਦੇ ਵਿੱਚ ਖੁਦਾਵੰਦ ਕਹਿੰਦਾ ਹੈ ਕਿ ਉਹ ਹਮੇਸ਼ਾ ਦੀ ਅੱਗ ਦੇ ਵਿੱਚ ਜਿਹੜੇ ਨੇ ਦੋਜ਼ਖ ਦੇ ਵਿੱਚ ਸੁੱਟੇ ਜਾਣਗੇ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਅੱਜ ਦੇ ਕਲਾਮ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਇੱਕ ਬੜਾ ਵੱਡਾ ਮੌਜਜ਼ਾ ਹੋਇਆ, ਇੱਕ ਕਰਿਸ਼ਮਾ ਹੋਇਆ, ਇੱਕ ਐਸਾ ਅਜੀਬ ਕੰਮ ਹੋਇਆ ਜਿਹੜੀ ਸਾਡੀ ਅਕਲ ਤੋਂ, ਦਾਨਿਸ਼ ਤੋਂ, ਫਹਿਮੋ ਫਰਾਸਤ ਤੋਂ ਬਾਹਰ ਹੈ।
ਇਹ ਗੱਲ ਬਿਲਕੁਲ ਸਮਝਣ ਦੀ ਆ। ਅੱਜ ਲਾਜ਼ਰ ਦਾ ਹਵਾਲਾ ਵੀ ਸਾਨੂੰ ਇਹੋ ਕੁਝ ਦੱਸਦਾ ਹੈ ਭਈ ਕੀ ਅਸੀਂ ਜਿਸਮ ਰੱਖਦੇ ਹੋਇਆਂ ਕਿ ਅਸੀਂ ਵੀ ਅਜੇ ਤੱਕ ਮੁਰਦਾ ਹੈ। ਅਸੀਂ ਜਿਸਮਾਨੀ ਤੌਰ 'ਤੇ ਪੈਦਾ ਹੋਏ ਹਾਂ। ਜਦੋਂ ਤੱਕ ਅਸੀਂ ਰੂਹ ਤੋਂ, ਖੁਦਾ ਦੇ ਕਲਾਮ ਤੋਂ, ਉਹਦੇ ਮੁਤਾਬਕ ਜਿਹੜਾ ਵਾ ਪੈਦਾ ਨਹੀਂ ਹੋਵਾਂਗੇ, ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਨਹੀਂ ਠਹਿਰ ਸਕਦੇ ਤੇ ਨਾ ਅਸੀਂ ਖੁਦਾ ਦੀ ਬਾਦਸ਼ਾਹੀ 'ਚ ਦਾਖਲ ਹੋ ਸਕਦੇ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਭਈ ਸਾਨੂੰ ਨਵੀਂ ਜ਼ਿੰਦਗੀ ਪਾਉਣ ਵਾਸਤੇ, ਸਾਨੂੰ ਗੁਨਾਹਾਂ ਤੋਂ ਤੋਬਾ ਕਰਨ ਵਾਸਤੇ, ਸਾਨੂੰ ਦੂਸਰੀ ਮੌਤ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਬੜਾ ਸਿੱਧਾ ਰਸਤਾ ਹੈ, ਬੜਾ ਸਿੱਧਾ ਰਸਤਾ ਹੈ। ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਕਬੂਲ ਕਰੋ, ਸ਼ੈਤਾਨ ਤੋਂ ਆਪਣਾ ਸਾਰਾ ਨਾਤਾ ਤੋੜੋ ਔਰ ਖੁਦਾ ਦੀ ਰਾਹ ਤੇ ਚਲੋ। ਪਹਿਲੇ ਖੁਦਾ ਤੇ ਉਹਦੀ ਬਾਦਸ਼ਾਹੀ ਨੂੰ ਲੱਭੋ ਤੇ ਤੁਸੀਂ ਨਵੀਂ ਜ਼ਿੰਦਗੀ ਪਾਓ। ਫਿਰ ਜਦੋਂ ਖੁਦਾ ਯਿਸੂ ਮਸੀਹ ਆਏਗਾ ਔਰ ਤੁਹਾਨੂੰ ਵੈਲਕਮ ਕਰੇਗਾ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਤੁਹਾਡੇ ਵਾਸਤੇ ਬਹੁਤ ਜਗ੍ਹਾ ਤਿਆਰ ਹੈ। ਇੱਕ ਛੋਟੀ ਜਿਹੀ ਮਿਸਾਲ ਦੇ ਨਾਲ ਮੈਂ ਇਸ ਪੈਗਾਮ ਨੂੰ ਖਤਮ ਕਰਨਾ ਚਾਹੁੰਦਾ ਵਾਂ। ਇੱਕ ਭੈਣ ਸੀ ਜਿਹਦਾ ਨਾਮ ਸ਼ਾਂਤਾ ਸੀ। ਉਹ ਆਪਣੇ ਪੂਰੇ ਪਰਿਵਾਰ 'ਚੋਂ, ਆਪਣੇ ਖਾਨਦਾਨ ਦੇ ਵਿੱਚੋਂ, ਘਰਾਣੇ ਦੇ ਵਿੱਚੋਂ ਜਿਹੜੇ ਸੀ ਉਹ ਮਸੀਹ ਇਕੱਲੀ ਸੀ। ਬਾਕੀ ਉਹਦਾ ਸਾਰਾ ਘਰਾਣਾ ਜਿਹੜਾ ਸੀ ਉਹ ਗੈਰ ਮਸੀਹੀ ਸੀ, ਜਿਹੜੇ ਕਿ ਪੰਜਾਬੀ ਬੋਲਦੇ ਨੇ। ਔਰ ਕੀ ਹੋਇਆ ਕਿ ਉਹਨੂੰ ਇੱਕ ਐਸੀ ਬਿਮਾਰੀ ਜਿਹੜੀ ਲਾਹਕ ਹੋਈ ਜਿਹਦੇ ਬਾਇਸ ਉਹ ਹਸਪਤਾਲ ਦੇ ਵਿੱਚ ਗਈ ਤੇ ਹਸਪਤਾਲ 'ਚ ਜਾ ਕੇ ਮਰ ਗਈ। ਮਰਨ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕੀ ਕਰਦੇ ਨੇ? ਹਸਪਤਾਲ ਕਹਿੰਦਾ ਭਈ ਠੀਕ ਹੈ ਭਈ ਇਹਨੂੰ ਲੈ ਜਾਓ। ਉਹਨਾਂ ਨੇ ਐਂਬੂਲੈਂਸ ਕਰਵਾਈ, ਸਾਰਾ ਕੁਝ ਕੀਤਾ ਤੇ ਘਰ ਉਹਨੂੰ ਲੈਣ ਦਾ। ਹੁਣ ਜਦੋਂ ਘਰ ਲਿਆਂਦਾ ਤੇ ਉਹਦੀ ਲਾਸ਼ ਨੂੰ ਲਿਆ ਕੇ ਰੱਖਿਆ ਤੇ ਉੱਥੇ ਗੱਲ ਹੁੰਦੀ ਆ ਭਈ ਅਸੀਂ ਇਹਨੂੰ ਸਾੜਨਾ ਹੈ। ਉਹ ਕਹਿੰਦੀ ਭਈ ਨਹੀਂ, ਉਹਦਾ ਭਰਾ ਕਹਿੰਦਾ ਭਈ ਨਹੀਂ, ਇਹ ਲੋਕ ਜਿਹੜੇ ਨੇ ਮਸੀਹ ਲੋਕ ਨੇ, ਇਹ ਮਸੀਹ ਸੀ ਮੇਰੀ ਭੈਣ ਜਿਹੜੀ ਹੈ ਔਰ ਯਿਸੂ ਮਸੀਹ ਤੇ ਈਮਾਨ ਰੱਖਦੀ ਸੀ, ਕਲਾਮ ਪੜ੍ਹਦੀ ਸੀ ਔਰ ਚਰਚ ਜਾਂਦੀ ਸੀ। ਅਸੀਂ ਜਿਹੜਾ ਵਾ ਇਹਨੂੰ ਦਫਨ ਕਰਨਾ ਹੈ ਤੇ ਅਸੀਂ ਚਰਚ ਦੇ ਪਾਦਰੀ ਸਾਹਿਬ ਜਿਸ ਤਰ੍ਹਾਂ ਕਹਿਣਗੇ ਅਸੀਂ ਉਸ ਤਰ੍ਹਾਂ ਕਰਨਾ। ਤੇ ਉਹਨਾਂ ਕਿਹਾ ਕਿ ਠੀਕ ਹੈ ਵੀ ਅਸੀਂ ਇਹਨੂੰ ਦਫਨ ਕਰਨਾ। ਹੁਣ ਸਾਰੇ ਲੋਕੀ ਆ ਗਏ। ਇਸੇ ਝਗੜੇ ਦੇ ਵਿੱਚ ਕਾਫੀ ਜਿਹੜਾ ਹੈ ਉਹ ਵਕਤ ਲੰਘ ਗਿਆ ਤੇ ਜਦੋਂ ਪਾਦਰੀ ਸਾਹਿਬ ਆ ਗਏ ਤੇ ਕਾਫੀ ਸ਼ਾਮ ਹੋਈ। ਸ਼ਾਮ ਉਹਨਾਂ ਨੇ ਕਿਹਾ ਵੀ ਚਲੋ ਇਸ ਤਰ੍ਹਾਂ ਕਰੀਏ, ਹੁਣ ਜਿਹੜਾ ਨਾ ਕਬਰ ਖੋਦਦੇ ਵੀ ਜਿਹੜੇ ਵਾ ਕਾਫੀ ਦੇਰ ਲੱਗਣੀ ਆ ਤੇ ਕੀ ਕਰਦੇ ਆ ਭਾਈ ਥੋੜ੍ਹੀ ਦੇਰ ਇੰਤਜ਼ਾਰ ਕਰ ਲੈਂਦੇ ਆ ਤੇ ਸਵੇਰੇ ਜਿਹੜਾ ਵਾ ਉਹਨੂੰ ਪਹਿਲੇ ਵੇਲੇ ਜਿਹੜੇ ਨੇ ਉਹ ਦਫਨ ਕਰ ਦੇਵਾਂਗੇ। ਠੀਕ ਆ, ਉਹਨੇ ਕਿਹਾ ਵੀ ਠੀਕ ਹੈ ਵੀ ਅੱਜ ਹੀ ਕਰ ਲੈਂਦੇ। ਹੁਣ ਜਦੋਂ ਉਹ ਇੰਤਜ਼ਾਰ ਕਰਨ ਲੱਗੇ ਤੇ ਸਾਰੇ ਲੋਕੀ ਵਾਰੀ ਵਾਰੀ ਚਲ ਗਏ, ਹੱਤਾਂ ਕਿ ਪਾਦਰੀ ਸਾਹਿਬ ਵੀ ਚਲੇ ਗਏ। ਉਹਨਾਂ ਕਿਹਾ ਵੀ ਮੈਂ ਸਵੇਰੇ ਆਵਾਂਗਾ। ਦੂਜੇ ਰਿਸ਼ਤੇਦਾਰ ਕਹਿੰਦੇ ਭਾਈ ਜੇ ਤੂੰ ਮਸੀਹ ਦੇ ਮੁਤਾਬਕ ਜਿਹੜਾ ਵਾ ਉਹਨਾਂ ਦੇ ਰਸੂਮਾਤ ਦੇ ਮੁਤਾਬਕ ਜਿਹੜਾ ਵਾ ਇਹਦਾ ਕਫਨ ਦਫਨ ਕਰਨਾ ਹੈ ਤੇ ਸਾਡਾ ਤੇਰੇ ਨਾਲ ਕੋਈ ਤਲਕ ਨਹੀਂ, ਅਸੀਂ ਆ ਜਾਂਦੇ। ਉਹ ਵੀ ਛੱਡ ਕੇ ਚਲ ਗਏ। ਅੱਲਾ ਦਾ ਭਰਾ ਰਹਿ ਗਿਆ। ਉਹ ਵਿਚਾਰਾ ਜਿਹੜਾ ਰੋ ਕੇ ਜਾਂ ਕੁਝ ਪਰੇਸ਼ਾਨ ਹੋ ਕੇ ਜਿਹੜਾ ਸੀ ਉਹ ਵੀ ਥੱਕ ਗਿਆ ਤੇ ਉਹਨੇ ਵੀ ਥੋੜੀ ਦੇਰ ਤੱਕ ਰਾਤ ਦੇ, ਤੁਹਾਨੂੰ ਪਤਾ ਕਿ ਇਨਸਾਨ ਹੁੰਦੇ ਨਾਲ ਤਾਂ ਥੱਕ ਜਾਂਦਾ ਹੈ, ਪਰੇਸ਼ਾਨ ਹੁੰਦਾ ਤੇ ਫਿਰ ਉਹਨੂੰ ਕੁਝ ਕਿਤੇ ਨਾ ਕਿਤੇ ਨੀਂਦ ਆ ਜਾਂਦੀ। ਉਹਨੂੰ ਨੀਂਦ ਆ ਗਈ। ਉਹਨੇ ਕੀ ਕੀਤਾ ਵੀ ਇਕੱਲਾ ਸੀ, ਉਹਨੇ ਆਪਣੀ ਭੈਣ ਜਿਹੜੀ ਮਰੀ ਸੀ ਮੁਰਦਾ ਬਿਲਕੁਲ, ਉਹਦੇ ਸਰਾਣੇ ਬਾਈਬਲ ਰੱਖੀ ਤੇ ਬਾਈਬਲ ਰੱਖ ਕੇ ਤੇ ਉਹਨੂੰ ਇਹ ਗੱਲ ਦੇ ਨਾਲ ਖੁਦਾ ਦੇ ਸਪੁਰਦ ਕੀਤਾ, ਖੁਦਾਵੰਦਾ ਤੇਰੀ ਮਰਜ਼ੀ ਇਹਦੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇ। ਉਹ ਭੈਣ ਕੀ ਕਹਿੰਦੀ ਆ ਕਿ ਰਾਤ ਦੇ ਟਾਈਮ ਮੇਰੀ ਰੂਹ ਜਿਹੜੀ ਉਹ ਜਿਸਮ ਤੋਂ ਜਿਹੜੀ ਅਲੱਗ ਹੋਈ ਸੀ, ਇਹ ਖੁਦਾਵੰਦ ਦੀ ਹਜ਼ੂਰੀ 'ਚ, ਖੁਦਾ ਦੇ ਫਰਿਸ਼ਤੇ ਦੋ ਆਏ, ਉਹ ਮੈਨੂੰ ਬਿਲਕੁਲ ਖੁਦਾ ਦੀ ਹਜ਼ੂਰੀ 'ਚ ਲੈ ਕੇ। ਮੈਂ ਉੱਥੇ ਮਹਿਲ ਵੀ ਵੇਖੇ ਨੇ ਜਿਹੜੇ ਸੋਨੇ ਦੇ ਬਣੇ ਹੋਏ ਨੇ। ਮੈਂ ਉੱਥੇ ਖੁਦਾ ਦਾ ਤਖਤ ਵੇਖਿਆ ਔਰ ਯਿਸੂ ਮਸੀਹ ਨੂੰ ਉੱਥੇ ਵੇਖਿਆ। ਤੇ ਫਿਰ ਯਿਸੂ ਮਸੀਹ ਨੇ ਮੈਨੂੰ ਕਿਹਾ ਵੀ ਤੇਰਾ ਵਕਤ ਹਜੇ ਨਹੀਂ ਆਇਆ, ਜਾ ਕੇ ਮੇਰੀ ਗਵਾਹੀ ਦੇ, ਮੇਰੇ ਕਲਾਮ ਦਾ ਪ੍ਰਚਾਰ ਕਰ, ਤਾਂ ਕਿ ਉਹ ਲੋਕ ਜਿਹੜੇ ਮਰਨ ਡੇ ਨੇ, ਗੁਨਾਹ ਦੇ ਵਿੱਚ ਦੱਬੇ ਹੋਏ ਨੇ, ਪਰੇਸ਼ਾਨ ਨੇ, ਉਹ ਵੀ ਤੋਬਾ ਕਰਕੇ ਤੇ ਜ਼ਿੰਦਗੀ ਪਾ ਜਾਣ। ਜਦੋਂ ਵੇਖਿਆ ਤੇ ਉੱਠੀ ਤੇ ਕਫਨ ਦੇ ਵੀ ਤੁਹਾਨੂੰ ਪਤਾ ਬੰਦ ਸੀ ਤੇ ਉਹਨੇ ਜਿਹੜਾ ਨਾ ਉੱਠੀ ਆ ਤੇ ਉੱਠ ਕੇ ਉਹਨੇ ਵੇਖਿਆ ਤੇ ਉਹਦੇ ਚਾਰ ਚਫੇਰੇ ਜਦੋਂ ਫਰਿਸ਼ਤੇ ਨੂੰ ਲੈ ਕੇ ਆਏ ਨੇ, ਉਹਦੇ ਜਿਸਮ ਦੇ ਵਿੱਚ ਰੂਹ ਦੀ ਡਾਲੀ ਆ ਤੇ ਬਿਲਕੁਲ ਰੋਸ਼ਨੀ ਦੇ ਚਾਰ ਚਫੇਰੇ ਆ, ਉਹ ਅਸਮਾਨ ਤੋਂ ਰੋਸ਼ਨੀ ਪੈਣ ਰਹੀ ਆ। ਤੇ ਉਹਨੇ ਆਪਣੇ ਭਰਾ ਨੂੰ ਉਠਾਇਆ, ਉਹ ਕਿਉਂਕਿ ਉਹਨੂੰ ਵਿਖਾਉਣਾ ਚਾਹੁੰਦੀ ਸੀ ਤੇ ਉਹਦੇ ਭਰਾ ਨੇ ਸਮਝਿਆ ਕਿ ਸ਼ਾਇਦ ਕੋਈ ਬਦਰੂ ਆ, ਉਹਦੀ ਰੂਹ ਤੁਰੀ ਫਿਰਦੀ ਆ।
ਤਾਂ ਉਹਨੇ ਕਿਹਾ ਵੀ ਮੈਂ ਤੈਨੂੰ ਟੱਚ ਕਰਕੇ ਵੇਖਣਾ ਚਾਹੁੰਦਾ ਵਾਂ। ਜਦੋਂ ਉਹਨੇ ਵੇਖਿਆ ਤੇ ਉਹਨੇ ਕਿਹਾ ਵੀ ਮੈਂ ਤਾਂ ਸ਼ਾਂਤ ਹਾਂ, ਮੈਂ ਤਾਂ ਜ਼ਿੰਦਾ ਹੋ ਗਈ ਹਾਂ, ਤੇ ਆ ਗੱਲ ਯਿਸੂ ਮਸੀਹ ਨੇ ਮੈਨੂੰ ਜ਼ਿੰਦਾ ਕੀਤਾ ਹੈ। ਸਰਟੀਫਿਕੇਟ ਉਹਦਾ ਦਿਖਾਉਂਦੇ ਨੇ ਕਿ ਮਰ ਗਈ ਸੀ, ਲੇਕਿਨ ਹੁਣ ਯਿਸੂ ਮਸੀਹ ਨੇ ਉਹਨੂੰ ਜ਼ਿੰਦਾ ਕੀਤਾ ਹੈ। ਫਿਰ ਉਹ ਪਾਦਰੀ ਸਾਹਿਬ ਨੂੰ ਜਾ ਕੇ ਤੇ ਪਾਦਰੀ ਸਾਹਿਬ ਕਹਿੰਦਾ ਸ਼ਾਇਦ ਇਹਦਾ ਭਰਾ ਜਿਹੜਾ ਬੁਖਲਾਇਆ ਹੈ, ਕਿਉਂਕਿ ਉਹਦੀ ਭੈਣ ਮਰ ਗਈ ਤੇ ਗਮ ਤੇ ਪਰੇਸ਼ਾਨੀ ਦੀ ਵਜ੍ਹਾ ਨਾਲ ਜਿਹੜਾ ਥੋੜ੍ਹਾ ਜਿਹਾ ਮਤਲਬ ਲੱਗਦੇ ਨੇ ਕਿ ਇਹਨੂੰ ਪਰੇਸ਼ਾਨੀ ਆ, ਤੇ ਇਸ ਵਾਸਤੇ ਇਹ ਬੁਖਲਾ ਗਿਆ ਹੈ। ਤੇ ਉਹ ਆਣ ਕੇ ਕੀ ਕਰਦਾ ਹੈ ਕਿ ਵੇਖਦਾ ਤੇ ਪਾਦਰੀ ਸਾਹਿਬ ਵੀ ਹੈਰਾਨ ਰਹਿ ਜਾਂਦਾ। ਫਿਰ ਉਹ ਗਵਾਹੀ ਦਿੰਦੇ ਨੇ ਔਰ ਸਾਰੇ ਚਰਚ ਨੂੰ ਦੱਸਦੇ ਨੇ ਔਰ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੀ ਆ। ਮੇਰਾ ਪੁਆਇੰਟ ਇੱਥੇ ਵਾ ਕਿ ਅੱਜ ਉਹ ਭੈਣ ਜਿਹੜੀ ਆ ਵਾ ਉਹਨੇ ਨਜਾਤ ਦੇ ਇਸ ਪੈਗਾਮ ਨੂੰ ਆਪਣੇ ਤੱਕ ਨਹੀਂ ਰੱਖਿਆ, ਬਲਕਿ ਉਹ ਦੂਜਿਆਂ ਤੱਕ ਵੀ ਇਹ ਪੈਗਾਮ ਨੂੰ ਲੈ ਕੇ ਜਾਂਦੀ ਆ ਕਿ ਯਿਸੂ ਮਸੀਹ ਅੱਜ ਵੀ ਲੋਕਾਂ ਨੂੰ ਮੁਰਦਿਆਂ ਤੋਂ ਜ਼ਿੰਦਾ ਕਰਦਾ ਵਾ। ਮੈਂ ਉਹਦੀ ਜ਼ਿੰਦਾ ਮਿਸਾਲ ਹੈ। ਤੇ ਮੇਰੇ ਅਜ਼ੀਜ਼ੋ, ਅਗਰ ਤੁਹਾਡਾ ਕੋਈ ਵੀ ਮਸਲਾ ਹੈ, ਤੁਹਾਡੀ ਕੋਈ ਵੀ ਬਿਮਾਰੀ ਆ, ਤੁਹਾਡੀ ਕੋਈ ਵੀ ਮੁਸ਼ਕਲ ਆ, ਤੇ ਯਿਸੂ ਮਸੀਹ ਤੁਹਾਡੇ ਸ਼ਾਨਾ ਬਸ਼ਾਨਾ ਖੜਾ ਹੈ, ਉਹ ਤੁਹਾਡੀ ਮਦਦ ਜ਼ਰੂਰ ਕਰੇਗਾ। ਅਗਰ ਤੁਸੀਂ ਉੱਤੇ ਈਮਾਨ ਰੱਖੋਗੇ, ਉਹਦੇ ਨਾਲ ਚਲੋਗੇ ਈਮਾਨ ਦੇ ਸਫ਼ਰ ਦੇ ਵਿੱਚ, ਔਰ ਖੁਦਾਵੰਦ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਮਰਕਜ਼ੀ ਹਿਸਾਬ ਬਣਾਓਗੇ, ਉਹਦੇ ਤੇ ਅਮਲ ਕਰੋਗੇ, ਤੇ ਖੁਦਾਵੰਦ ਹਰ ਲਿਹਾਜ਼ ਨਾਲ ਤੁਹਾਨੂੰ ਬਰਕਤ ਦੇਗਾ ਔਰ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਆਏਗਾ। ਕਿਉਂਕਿ ਨਾ ਮੈਂ ਇਸ ਲਈ ਆਇਆ ਕਿ ਸਭ ਜ਼ਿੰਦਗੀ ਪਾਉਣ। ਤੇ ਕਸੇ ਇੱਕ ਗੱਲ ਨੂੰ ਯਾਦ ਰੱਖਿਓ ਐਂਡ ਤੇ ਜਾ ਕੇ ਯਿਸੂ ਮਸੀਹ ਕਹਿੰਦਾ ਹੈ ਗੁਨਾਹ ਦੀ ਮਜ਼ਦੂਰੀ ਮੌਤ ਆ, ਪਰ ਗੁਨਾਹਾਂ ਦੀ ਮਾਫੀ ਤੇ ਹਮੇਸ਼ਾ ਦੀ ਜ਼ਿੰਦਗੀ ਦਾ ਜਿਹੜਾ ਤੋਹਫਾ ਹੈ ਉਹ ਯਿਸੂ ਮਸੀਹ ਦੇ ਵਸੀਲੇ ਨਾਲ ਮਿਲਦਾ ਹੈ। ਮੇਰੀ ਦੁਆ ਹੈ ਕਿ ਖੁਦਾਵੰਦ ਤਾਜ ਦੇ ਕਲਾਮ ਨਾਲ ਤੁਹਾਨੂੰ ਬਰਕਤ ਬਖਸ਼ੇ। ਆਮੀਨ।